Addressing mode ਕੀ ਹੈ? The way in which the operand of an instruction is specified. Operand instruction ਦੇ ਵਿੱਚ ਕਿਵੇਂ specify ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ? Addressing mode ਕਹਿੰਦੇ ਹੈਗੇ ਆ। The way, ठीक है, in which operand specified in the instruction is specified. दूसरा ਕੀ ਹੈ? Operation field in the instruction specify the operation to be performed. ਦੂਜਾ instruction ਦੇ ਵਿੱਚ ਕੀ ਹੁੰਦਾ ਹੈਗਾ? ਇੱਕ operation opcode ਹੁੰਦਾ ਹੈਗਾ, ਜਿਵੇਂ ਫਾਰ ਐਗਜ਼ਾਮਪਲ ਐਡ ਹੈ, ਮਲਟੀਪਲਾਈ ਹੈ, ਇਹ ਕੀ ਹੈ? ਆਪਰੇਸ਼ਨ ਕੋਡ ਹੈ ਜਿਹੜਾ ਕੀ ਸਪੈਸੀਫਾਈ ਕਰਦਾ ਇੰਸਟਰਕਸ਼ਨ ਦੇ ਵਿੱਚ ਆਪਰੇਸ਼ਨ ਵੀ ਕੀ ਕਰਨਾ ਹੈ। ਜੇ ਐਡ ਦਾ ਮਤਲਬ ਐਡੀਸ਼ਨ ਹੋਏਗੀ, ਮਲਟੀਪਲਾਈ ਦਾ ਮਲਟੀਪਲੀਕੇਸ਼ਨ ਹੋਏਗੀ, ਜੇ ਤੁਸੀਂ ਇਨਕਰੀਮੈਂਟ ਕਰਨਾ INC ਤਾਂ ਇੰਕਰੀਮੈਂਟ ਕਰੂਗਾ। ਜਿਹੜਾ ਆਪਰੇਸ਼ਨ ਹੈਗਾ, ਹੁਣ ਜਿਹੜਾ ਇਹ ਵਾਲਾ ਆਪਰੇਸ਼ਨ ਇਜ਼ ਐਗਜ਼ੀਕਿਊਟਡ ਔਨ ਸਮ ਡਾਟਾ ਸਟੋਰਡ ਇਨ ਦਾ ਮੈਮਰੀ। ਹੁਣ ਜਿਹੜਾ ਆਪਰੇਸ਼ਨ ਹੋਣਾ ਹੈਗਾ, ਆਪਰੇਸ਼ਨ ਆਪਦੇ ਆਪ ਵਿੱਚ ਕੁਛ ਨਹੀਂ ਹੈ, ਅਲਟੀਮੇਟਲੀ ਕਿਸੇ operand ਤੇ ਆਉਣਾ ਹੈਗਾ। ਫਾਰ ਐਗਜ਼ਾਮਪਲ ਤੁਸੀਂ ਐਡ A B ਕਰਦੇ, A, B, ਇਹਦਾ ਮਤਲਬ ਕੀ ਹੈ? ਇਹਦਾ ਮਤਲਬ A ਤੇ B ਦੇ ਕੰਟੈਂਟ ਤੁਸੀਂ ਕੀ ਹੈ ਆਪ ਚ ਐਡ ਕਰਨੇ ਆ। ਸੋ ਕੀ ਹੈ? ਆਪਰੇਸ਼ਨ ਕਾਹਦੇ ਤੇ ਹੋਏਗਾ? ਹਮੇਸ਼ਾ ਕਿਸੇ ਡਾਟੇ ਤੇ ਹੋਏਗਾ, ਜਿਹੜਾ ਕਿੱਥੇ ਸਟੋਰ ਕੀਤਾ ਹੋਏਗਾ? ਮੈਮਰੀ ਤੇ ਰਜਿਸਟਰ ਦੇ ਵਿੱਚ। ਸੋ ਕੀ ਹੈ ਸਰ, ਐਡਰੈਸਿੰਗ ਮੋਡ ਇਹ ਐਡਰੈਸ ਕਰਦੀ ਹੈ ਵੀ ਉਸ ਜਿਹੜਾ operand ਹੈਗੇ ਆ ਉਹਨੂੰ ਆਪਾਂ ਕਿਵੇਂ ਸਪੈਸੀਫਾਈ ਕਰਨਾ ਹੈਗਾ। ਹੁਣ ਪਰਪਸ ਕੀ ਹੈ ਐਡਰੈਸਿੰਗ ਮੋਡ ਦਾ? ਵਾਟ ਇਜ਼ ਦਾ ਪਰਪਸ ਆਫ ਐਡਰੈਸਿੰਗ ਮੋਡ? ਇਹ ਕਿਉਂ ਜ਼ਰੂਰਤ ਪਈ? ਇਹਦਾ ਪਰਪਸ ਕੀ ਹੈ? ਮੇਨਲੀ ਕੀ ਹੈ? ਟੂ ਗਿਵ ਪ੍ਰੋਗਰਾਮਿੰਗ ਵਰਸੈਟਿਲਿਟੀ ਟੂ ਯੂਜ਼ਰ। ਮਤਲਬ ਕੀ ਹੈ? ਜਿਹੜਾ ਯੂਜ਼ਰ ਹੈ ਜਿਹਨੇ ਪ੍ਰੋਗਰਾਮਿੰਗ ਕਰਨੀ ਹੈ ਉਹਨੂੰ ਕੀ ਹੈ? ਉਹਨੂੰ ਵਰਸੈਟਿਲਿਟੀ ਮਿਲਦੀ ਹੈ, ਉਹਨੂੰ ਮਤਲਬ ਡਿਫਰੈਂਟ ਆਪਸ਼ਨਸ ਮਿਲ ਸਕਦੀਆਂ, ਉਹ ਡਿਫਰੈਂਟ ਵੇਜ਼ ਨਾਲ ਕਰ ਸਕਦਾ ਹੈਗਾ। ਦੂਸਰਾ ਕੀ ਹੈ? ਟੂ ਰਿਡਿਊਸ ਦਾ ਨੰਬਰ ਆਫ ਬਿਟਸ ਇਨ ਦਾ ਐਡਰੈਸ ਫੀਲਡ ਆਫ ਇੰਸਟਰਕਸ਼ਨ। ਸੋ ਕੀ ਹੈ? ਇਹਦੇ ਨਾਲ ਕੀ ਹੈ? ਜਿਹੜਾ ਨੰਬਰ ਆਫ ਬਿਟਸ ਹੈਗੀਆਂ ਐਡਰੈਸ ਫੀਲਡ ਦੇ ਵਿੱਚ, ਮੀਨਸ ਕਿ ਜੇ ਬੜਾ ਐਡਰੈਸ ਬਣ ਰਿਹਾ ਹੈਗਾ ਤਾਂ ਉਹਨੂੰ ਸਮਾਲਰ ਕਰ ਸਕਦੇ ਹੈਗੇ। ਸੋ ਬਿਟਸ ਨੂੰ ਕੀ ਹੈ? ਇਨਕਰੀਜ਼ ਡਿਕਰੀਜ਼ ਕੀਤਾ ਜਾ ਸਕਦਾ ਹੈਗਾ। ਸੋ ਉਹਦੇ ਅਕੋਰਡਿੰਗਲੀ ਕੀ ਜਿਹੜਾ ਤੁਹਾਡਾ ਪ੍ਰੋਗਰਾਮ ਬਣੇਗਾ ਉਹ ਕੰਪਲੈਕਸ ਵੀ ਹੋ ਸਕਦਾ, ਸਮਾਲਰ ਸਾਈਜ਼ ਹੋ ਸਕਦਾ, ਲੈਂਥੀ ਹੋ ਸਕਦਾ ਹੈਗਾ। ਸੋ ਉਸ ਤੇ ਡਿਪੈਂਡ ਕਰਦਾ। ਸੋ ਇਹ ਜਿਹੜਾ ਪਰਪਸ ਹੈਗਾ ਇਹ ਕੀ ਹੈ? ਐਡਰੈਸਿੰਗ ਮੋਡ ਕਿਉਂ ਯੂਜ਼ ਕਰਨੀ ਉਹਦੇ ਲਈ ਹੈਗਾ। ਇੱਕ ਹੈਗਾ ਕੰਟਰੋਲ ਯੂਨਿਟ, ਜਿਹੜਾ ਕੰਪਿਊਟਰ ਦਾ ਕੰਟਰੋਲ ਯੂਨਿਟ ਹੈ, ਬੇਸਿਕਲੀ ਕੀ ਨਾ ਇੰਸਟਰਕਸ਼ਨ ਸਾਈਕਲ ਚ ਕੰਪਲੀਟ ਕਰਦਾ। ਇੱਕ ਇੰਸਟਰਕਸ਼ਨ ਸਾਈਕਲ ਕੀ ਹੁੰਦਾ ਹੈਗਾ? ਕੰਟਰੋਲ ਯੂਨਿਟ ਨੂੰ ਜਿਹੜੇ ਕੰਮ ਕਰਨੇ ਆ ਉਹ ਇੰਸਟਰਕਸ਼ਨ ਸਾਈਕਲ ਦੇ ਥਰੂ ਕਰਦਾ। ਜਿਹੜੇ ਇੰਸਟਰਕਸ਼ਨ ਸਾਈਕਲ ਜਿਹੜਾ ਹੁੰਦਾ ਹੈਗਾ, ਵਾਟ ਇਜ਼ ਇੰਸਟਰਕਸ਼ਨ ਸਾਈਕਲ? ਇੰਸਟਰਕਸ਼ਨ ਸਾਈਕਲ ਚ ਬੇਸਿਕਲੀ 3 ਪਾਰਟ ਹੁੰਦੇ ਹੈਗੇ ਆ। ਪਹਿਲਾ ਹੁੰਦਾ fetch the instruction from memory. Second, decode the instruction. And third, execute the instruction. ਇੱਕ ਨਾਲ ਇਹ ਟੌਪਿਕ ਛੋਟਾ ਜਿਹਾ ਵੀ ਹੋ ਜਾਂਦਾ ਹੈਗਾ, ਵਾਟ ਇਜ਼ ਇੰਸਟਰਕਸ਼ਨ ਸਾਈਕਲ? ਜਿਹੜਾ ਕੰਟਰੋਲ ਯੂਨਿਟ ਹੈ ਨਾ ਕੰਪਿਊਟਰ ਦੇ, ਜਿਹੜਾ CPU ਦੇ ਅੰਦਰ ਕੰਟਰੋਲ ਯੂਨਿਟ ਹੈ, ਉਹ ਬੇਸਿਕਲੀ ਕੀ ਹੈ? ਇੰਸਟਰਕਸ਼ਨ ਸਾਈਕਲ ਦੇ ਅਕੋਰਡਿੰਗਲੀ ਕੰਮ ਕਰਦਾ। ਇੱਕ ਇੰਸਟਰਕਸ਼ਨ ਸਾਈਕਲ ਹੁੰਦਾ ਕੀ ਹੈ? ਇੰਸਟਰਕਸ਼ਨ ਸਾਈਕਲ ਦੇ ਵਿੱਚ 3 ਪਾਰਟਸ ਹੁੰਦੇ ਹੈਗੇ, ਫੈਚ ਦਾ ਇੰਸਟਰਕਸ਼ਨ ਫਰੋਮ ਦਾ ਮੈਮਰੀ, ਡਿਕੋਡ ਦਾ ਇੰਸਟਰਕਸ਼ਨ ਤੇ ਐਗਜ਼ੀਕਿਊਟ ਦਾ। ਬੇਸਿਕਲੀ ਸਿੰਪਲ ਜੀ ਗੱਲ ਹੈਗੀ ਆ। ਸਭ ਤੋਂ ਪਹਿਲਾਂ ਤਾਂ ਕੰਟਰੋਲ ਯੂਨਿਟ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇੰਸਟਰਕਸ਼ਨ ਕੀ ਹੈਗੀ ਹੈ, ਵੀ ਕੀ ਕੰਮ ਕੀ ਕਰਨਾ ਹੈਗਾ ਇੰਸਟਰਕਸ਼ਨ। ਤਾਂ ਉਹ ਕੀ ਕਰੇਗਾ? ਪਹਿਲਾਂ ਤਾਂ ਉਹਨੂੰ ਇਹ ਨਹੀਂ ਪਤਾ ਵੀ ਇੰਸਟਰਕਸ਼ਨ ਕੀ ਹੈ। ਸੋ ਸਭ ਤੋਂ ਪਹਿਲਾਂ ਫੈਚ ਕਰੇਗਾ ਇੰਸਟਰਕਸ਼ਨ ਕਿੱਥੇ ਪਈ ਹੋਏਗੀ? ਮੈਮਰੀ ਤੋਂ। ਉਹ ਮੈਮਰੀ ਤੋਂ ਇੰਸਟਰਕਸ਼ਨ ਲੈ ਲਏਗਾ। ਸਪੋਜ਼ ਉਹਨੂੰ ਪਤਾ ਲੱਗ ਗਿਆ ਐਡ A, B ਹੈ, ਉਹਨੂੰ ਪਤਾ ਲੱਗੇਗਾ ਐਡੀਸ਼ਨ ਕਰਨੀ ਹੈ। ਡਿਕੋਡ ਦਾ ਇੰਸਟਰਕਸ਼ਨ, ਡਿਕੋਡ ਦਾ ਮਤਲਬ ਕੀ ਹੈ? ਪਹਿਲਾਂ ਇੰਸਟਰਕਸ਼ਨ ਉਹਨੇ ਫੈਚ ਕਰ ਲਈ, ਫਿਰ ਡਿਕੋਡ ਕਰੇਗਾ। ਡਿਕੋਡ ਦਾ ਮਤਲਬ ਕੀ? ਐਡ ਤੋਂ ਉਹਨੂੰ ਪਤਾ ਲੱਗ ਜਾਏਗਾ ਵੀ ਇਹ ਕਰਨਾ ਕੀ ਆਪਾਂ, ਜਿਹੜੇ ਆਪਰੈਂਟਸ ਹੈਗੇ 2, ਇਹਨਾਂ ਨੂੰ ਕੀ ਆ ਪਲੱਸ ਕਰਨਾ ਹੈਗਾ। ਸੋ ਉਹਨੂੰ ਡਿਕੋਡ ਕਰ ਦੇਗਾ ਇੰਸਟਰਕਸ਼ਨ। ਤੇ ਐਗਜ਼ੀਕਿਊਟ ਦਾ ਇੰਸਟਰਕਸ਼ਨ, ਉਸ ਤੋਂ ਬਾਅਦ ਐਗਜ਼ੀਕਿਊਸ਼ਨ ਦਾ ਮਤਲਬ ਕੀ ਆ? ਉਹ ਫਾਈਨਲ ਰਿਜ਼ਲਟ ਕੀ ਦੇ ਦੇਗਾ? ਦੋਨੋਂ ਜੇ ਸਪੋਜ਼ ਐਡੀਸ਼ਨ ਹੈ ਤਾਂ ਜਿਹੜੇ ਆਪਰੈਂਟਸ ਹੈਗੇ ਉਹਨਾਂ ਦੀ ਕੀ ਕਰ ਦੇਗਾ? ਐਡੀਸ਼ਨ ਕਰ ਦੇਗਾ। ਸੋ ਬੇਸਿਕਲੀ ਲਾਈਫ 'ਚ ਵੀ ਆਪਾਂ ਏਦਾਂ ਹੀ ਕੰਮ ਕਰਦੇ ਹੈਗੇ ਆ। ਆਪਾਂ ਨੂੰ ਇੰਸਟਰਕਸ਼ਨ ਮਿਲਦੀ ਹੈਗੀ ਆ, ਇੰਸਟਰਕਸ਼ਨ ਨੂੰ ਆਪਾਂ ਪਹਿਲਾਂ ਸਮਝਦੇ ਹਾਂ ਉਹਦਾ ਮਤਲਬ ਕੀ ਹੈ, ਤੇ ਤੀਜਾ ਟਾਸਕ ਹੁੰਦਾ ਆਪਾਂ ਉਹ ਜਿਹੜੀ ਇੰਸਟਰਕਸ਼ਨ ਨੂੰ ਇੰਸਟਰਕਸ਼ਨ ਦੇ ਅਕੋਰਡਿੰਗਲੀ ਕੀ ਆ ਆਪਾਂ ਕੰਮ ਕਰਦੇ ਨੇ। ਠੀਕ ਹੈ, ਤਾਂ ਹੀ ਆਪਾਂ ਕਹਿ ਦਿੰਦੇ ਕਈ ਵਾਰ ਕਹਿ ਦਿੰਦੇ ਆ ਵੀ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਈ ਵੀ ਤੁਸੀਂ ਕੀ ਕਹਿਣਾ ਹੈਗਾ। ਉਹਦਾ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਇੰਸਟਰਕਸ਼ਨ ਹੀ ਸਮਝ ਲਾਈ। ਬੱਚੇ ਨੂੰ ਕਹਿ ਦਿੰਦੇ ਤੂੰ ਇਹ ਕੰਮ ਕਰ, ਉਹਨੂੰ ਸਮਝ ਨਹੀਂ ਆਉਂਦਾ ਕਿਸ ਤਰ੍ਹਾਂ ਕਰਨਾ। ਜਦੋਂ ਉਹਨੂੰ ਪਤਾ ਲੱਗ ਜਾਂਦਾ ਫਿਰ ਉਹ ਕੀ ਆ ਫਾਈਨਲ ਕੀ ਆ ਡਿਕੋਡ ਕਰ ਲੈਂਦਾ, ਡਿਕੋਡ ਤੋਂ ਬਾਅਦ ਇੰਸਟਰਕਸ਼ਨ ਨੂੰ ਐਗਜ਼ੀਕਿਊਟ ਕਰ ਦਿੰਦਾ। ਸੋ ਇਹ ਤਿੰਨੇ ਚੀਜ਼ਾਂ ਕੀ ਹੈ ਇੰਸਟਰਕਸ਼ਨ ਸਾਈਕਲ ਹੈਗਾ।
ਤੇ ਇੰਸਟਰਕਸ਼ਨ ਸਾਈਕਲ 'ਚ ਇੱਕ ਹੋਰ ਚੀਜ਼ ਹੁੰਦੀ ਹੈਗੀ, ਇੱਕ ਪ੍ਰੋਗਰਾਮ ਕਾਊਂਟਰ ਹੁੰਦਾ ਹੈਗਾ। ਪ੍ਰੋਗਰਾਮ ਜਿਹੜੀ ਇੰਸਟਰਕਸ਼ਨ ਹੈਗੀ ਆ, ਇਹ ਕਿੱਥੋਂ ਪਤਾ ਲੱਗਦੀ ਹੈਗੀ? ਪੀਸੀ ਤੋਂ। ਪ੍ਰੋਗਰਾਮ ਕਾਊਂਟਰ ਕੀ ਹੈ? ਇੱਕ ਪ੍ਰੋਗਰਾਮ ਕਾਊਂਟਰ ਟਰੈਕ ਰੱਖਦਾ ਹੈਗਾ ਇੰਸਟਰਕਸ਼ਨ ਦਾ। ਮੀਨਸ ਕਿ ਜਿਹੜੀ ਇੰਸਟਰਕਸ਼ਨ ਕਿੱਥੇ ਹੈਗੀਆਂ, ਉਹਦਾ ਰਿਕਾਰਡ ਕੌਣ ਰੱਖਦਾ ਹੈਗਾ? ਪੀਸੀ। ਉਹਨੂੰ ਪ੍ਰੋਗਰਾਮ ਕਾਊਂਟਰ ਕਹਿੰਦੇ ਹੈਗੇ ਆ। ਤੇ ਇਹ ਦੱਸਦਾ ਵੀ ਨੈਕਸਟ ਇੰਸਟਰਕਸ਼ਨ ਟੂ ਬੀ ਫੈਚ। ਕੰਟਰੋਲ ਯੂਨਿਟ ਨੂੰ ਕਿੱਥੋਂ ਪਤਾ ਲੱਗਦਾ ਹੈਗਾ? ਪੀਸੀ ਤੋਂ। ਪ੍ਰੋਗਰਾਮ ਕਾਊਂਟਰ ਤੋਂ ਉਹਨੂੰ ਪਤਾ ਲੱਗਦਾ ਹੈਗਾ। ਪ੍ਰੋਗਰਾਮ ਕਾਊਂਟਰ ਤੋਂ ਜਿਹੜਾ ਕੰਟਰੋਲ ਯੂਨਿਟ ਆ, ਕੰਟਰੋਲ ਯੂਨਿਟ, ਉਹਨੂੰ ਪਤਾ ਲੱਗ ਜਾਂਦਾ ਹੈਗਾ ਵੀ ਕਿਹੜੀ ਨੈਕਸਟ ਇੰਸਟਰਕਸ਼ਨ ਹੈਗੀ ਆ। ਉਹਦੇ ਅਕੋਰਡਿੰਗਲੀ ਕੀ ਆ, ਉਹ ਮੈਮਰੀ ਤੋਂ ਇੰਸਟਰਕਸ਼ਨ ਫੈਚ ਕਰ ਲੈਂਦਾ ਹੈਗਾ ਤੇ ਨਾਲ ਦੀ ਨਾਲ ਕੀ ਹੈ, ਉਹ ਡਿਕੋਡਿੰਗ ਹੋ ਜਾਂਦੀ ਹੈਗੀ ਆ ਤੇ ਉਸ ਤੋਂ ਬਾਅਦ ਕੀ ਹੈ, ਇੰਸਟਰਕਸ਼ਨ ਐਗਜ਼ੀਕਿਊਟ ਹੋ ਜਾਂਦੀ ਹੈ। Types of addressing modes. Types of addressing modes. ਕਿੰਨੀਆਂ ਕਾਫੀ ਐਕਚੁਅਲੀ ਕੀ ਹੈ, ਜਿਹੜੀਆਂ ਐਡਰੈਸਿੰਗ ਮੋਡਸ ਹੈਗੀਆਂ ਉਹਦੀਆਂ ਕਾਫੀ ਟਾਈਪਸ ਹੈਗੀਆਂ। ਸਿਰਫ ਦੋ ਇਦਾਂ ਦੀਆਂ ਟਾਈਪਸ ਹੈਗੀਆਂ, 2 ਮੋਡਸ ਹੈਗੀਆਂ ਜਿਨ੍ਹਾਂ 'ਚ ਆਪਾਂ ਨੂੰ ਐਡਰੈਸ ਦੀ ਜ਼ਰੂਰਤ ਨਹੀਂ ਪੈਂਦੀ। ਦੋਵਾਂ 'ਚ ਕੀ ਹੈ, ਐਡਰੈਸ ਨਹੀਂ ਹੁੰਦਾ ਹੈਗਾ। ਜਿਹੜੀਆਂ 2 ਇੰਸਟਰਕਸ਼ਨਸ ਹੈਗੀਆਂ, 2 ਮੋਡਸ ਹੈਗੀਆਂ। ਸਭ ਤੋਂ ਪਹਿਲੀ ਮੋਡ ਹੈਗੀ ਆ ਇੰਪਲਾਈਡ ਮੋਡ। ਇੰਪਲਾਈਡ ਮੋਡ। ਸੋ ਇੰਪਲਾਈਡ ਮੋਡ ਦੇ ਵਿੱਚ ਕੀ ਹੈ, ਇੱਕ ਇੰਪਲਾਈਡ ਮੋਡ ਆ ਤੇ ਦੂਸਰੀ ਹੈ ਇਮੀਡੀਏਟ ਮੋਡ। 2 ਮੋਡਸ ਹੈਗੀਆਂ, ਦੂਸਰੀ ਹੈ ਇਮੀਡੀਏਟ ਮੋਡ। ਹੋਰ ਵੀ ਇੰਸਟਰਕਸ਼ਨ ਮੋਡਸ ਹੈ, ਪਹਿਲੀਆਂ ਮੈਂ 2 ਦੱਸ ਰਿਹਾ ਸਿਰਫ। ਇਹ 2 ਇਦਾਂ ਦੀਆਂ ਜਿਨ੍ਹਾਂ 'ਚ ਕੀ ਹੈ, ਦੇਰ ਇਜ਼ ਨੋ ਐਡਰੈਸ। ਇਹਦੇ 'ਚ ਕੀ ਹੈ, ਐਡਰੈਸ ਸਪੈਸੀਫਾਈ ਨਹੀਂ ਕੀਤਾ ਹੁੰਦਾ। ਇਹਨਾਂ 'ਚ ਕੀ ਹੈ, ਦੇਰ ਇਜ਼ ਨੋ ਐਡਰੈਸ ਫੀਲਡ, ਐਡਰੈਸ ਫੀਲਡ ਨਹੀਂ ਹੁੰਦਾ। ਇਹ 'ਚ ਕੋਈ ਵੀ ਐਡਰੈਸ ਫੀਲਡ ਨਹੀਂ ਹੁੰਦਾ ਹੈਗਾ। ਸੋ ਪਹਿਲੀ ਜਿਹੜੀ ਹੈਗੀ ਆ, ਪਹਿਲੀ ਹੈ ਇੰਪਲਾਈਡ ਮੋਡ। ਇੰਪਲਾਈਡ ਮੋਡ ਦੇ ਵਿੱਚ ਕੀ ਹੈ, ਇਨ ਦਿਸ ਐਡਰੈਸਿੰਗ ਮੋਡ operand is specified in the instruction। ਜਿਹੜਾ operand ਹੈਗਾ ਉਹ ਇੰਸਟਰਕਸ਼ਨ ਦੇ ਵਿੱਚ ਹੀ ਸਪੈਸੀਫਾਈ ਕੀਤਾ ਹੁੰਦਾ ਹੈਗਾ। operand is specified in instruction ਦੇ ਵਿੱਚ ਹੀ ਹੁੰਦਾ ਹੈਗਾ, ਅਲੱਗ ਨਹੀਂ ਹੁੰਦਾ, ਕਿਸੇ ਐਡਰੈਸ ਨਹੀਂ ਦਿੱਤਾ ਹੁੰਦਾ ਹੈਗਾ। ਜਿਹੜੀਆਂ ਜ਼ੀਰੋ ਐਡਰੈਸ ਇੰਸਟਰਕਸ਼ਨਸ ਹੁੰਦੀਆਂ ਹੈਗੀਆਂ, ਜਿਹੜੀਆਂ ਆਪਾਂ ਜ਼ੀਰੋ ਐਡਰੈਸ ਇੰਸਟਰਕਸ਼ਨਸ ਕੀਤੀਆਂ ਲਾਸਟ ਟਾਈਮ, ਜ਼ੀਰੋ ਐਡਰੈਸ ਜਿਸ 'ਚ ਸਟੈਕ ਆਪਾਂ ਇੰਪਲੀਮੈਂਟ ਕੀਤਾ ਸੀਗਾ। ਸੋ ਉਹ ਜਿਹੜੀਆਂ ਹੈਗੀਆਂ ਉਹ ਕਿਹੜੇ 'ਚ ਮੋਡ 'ਚ ਹੁੰਦੀਆਂ ਹੈਗੀਆਂ, ਇੰਪਲਾਈਡ ਮੋਡ 'ਚ। ਉਹ 'ਚ ਮੈਂ ਵਰਡ ਵੀ ਯੂਜ਼ ਕੀਤਾ ਸੀ ਇੰਪਲਾਈਡ। ਸੋ ਜਿਹੜੀ ਇੰਪਲਾਈਡ ਮੋਡ ਹੈਗਾ ਉਹਦੇ 'ਚ ਕੀ operand ਕਿੱਥੇ ਹੁੰਦਾ ਹੈਗਾ, ਇੰਸਟਰਕਸ਼ਨ ਦੇ ਵਿੱਚ ਹੀ ਸਪੈਸੀਫਾਈ ਕੀਤਾ ਹੁੰਦਾ ਹੈਗਾ। ਫਾਰ ਐਗਜ਼ਾਮਪਲ ਕਹਿੰਦਾ ਉਹ ਕੰਪਲੀਮੈਂਟ ਇਕਮੂਲੇਟਰ, ਇਹ ਇੰਸਟਰਕਸ਼ਨ ਹੈ। ਇਹ ਇੰਸਟਰਕਸ਼ਨ ਜਿਹੜੀ ਹੈਗੀ ਆ ਕੰਪਲੀਮੈਂਟ ਕਮੂਲੇਟਰ, ਇਹਦੇ ਕੀ ਹੈ, ਇੰਸਟਰਕਸ਼ਨ ਦੇ ਵਿੱਚ ਹੀ ਡਾਇਰੈਕਟ ਦਿੱਤਾ ਹੋਏਗਾ। ਜਿਹੜੀ ਇੰਪਲਾਈਡ ਮੋਡ ਹੈ ਕੀ ਕਹਿੰਦੀ ਹੈਗੀ ਆ ਵੀ ਜਿਹੜੇ ਕਮੂਲੇਟਰ ਦੇ ਕੰਟੈਂਟ ਹੈਗੇ ਆ ਉਹਨਾਂ ਨੂੰ ਕੀ ਕਰ ਦੋ, ਕੰਪਲੀਮੈਂਟ ਕਰ ਦੋ। ਉਹਦਾ ਕੀ ਹੈ, ਜਿਵੇਂ ਵੰਸ ਕੰਪਲੀਮੈਂਟ ਕਰ ਦੋ ਸੋ ਉਹਨੂੰ ਕੀ ਹੈ, ਰਿਵਰਸ ਕਰ ਦੋ। ਸੋ ਜਿਹੜੀ ਇੰਪਲਾਈਡ ਮੋਡ ਹੈਗੀ ਆ ਇਹਦੇ 'ਚ ਕੋਈ ਵੀ ਐਡਰੈਸ ਆਪਾਂ ਸਪੈਸੀਫਾਈ ਨਹੀਂ ਕਰਦੇ। ਜਿਹੜਾ ਸੈਕੰਡ ਮੋਡ ਹੈਗੀ ਆ that is immediate mode। ਜਿਹੜੀ immediate mode ਹੈਗੀ ਹੈ, in this mode operand is specified in the instruction itself, so there is operand field rather than address field। ਇਹਦੇ 'ਚ ਕੀ ਆ, operand field ਹੁੰਦਾ ਹੈਗਾ but no address field ਨਹੀਂ ਹੁੰਦਾ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦੇਣਾ ਹੈਗਾ, ਇਹ 'ਚ ਐਡਰੈਸ ਮੈਂ ਮੇਨਲੀ ਆਪਾਂ ਗੱਲ ਕੀਤੀ ਹੈਗੀ ਆ, ਤੁਹਾਨੂੰ ਮੈਂ ਕਿਹਾ ਸੀ ਇਹ 'ਚ ਜਿਹੜੀਆਂ ਦੋਵੇਂ ਹੈਗੀਆਂ ਇਹਨਾਂ 'ਚ ਕੀ ਹੈ, ਐਡਰੈਸ ਫੀਲਡ ਨਹੀਂ ਹੁੰਦਾ ਹੈਗਾ। ਇਹਦੇ 'ਚ ਵੀ ਨਹੀਂ ਹੁੰਦਾ ਹੈਗਾ ਐਡਰੈਸ ਫੀਲਡ, ਇਹਦੇ 'ਚ ਵੀ operand field ਹੁੰਦਾ, there is no address field। ਫਾਰ ਐਗਜ਼ਾਮਪਲ ਕੀ ਹੈ, add 7, ਇਹ ਇੰਸਟਰਕਸ਼ਨ ਹੈ। ਇਹ ਇੰਸਟਰਕਸ਼ਨ ਕੀ ਕਹਿੰਦੀ ਹੈਗੀ ਆ, add 7 ਦਾ ਮਤਲਬ ਕੀ ਹੈ, which says add 7 to the contents of the accumulator। ਮਤਲਬ ਕੀ ਆ, ਆਟੋਮੈਟਿਕ ਐਡ ਤੁਹਾਡੀ ਇੰਸਟਰਕਸ਼ਨ ਹੈਗੀ ਆ,
7 ਤੁਹਾਡਾ ऑपरेंड हैगा। ऑपरेंड डायरेक्ट ਦਿੱਤਾ ਹੋਇਆ ਇਹਦੇ ਨਾਲ, ਮਤਲਬ ਇੰਸਟਰਕਸ਼ਨ ਦੇ ਨਾਲ ਹੀ, ਇਹ ਇੰਸਟਰਕਸ਼ਨ ਦੇ ਨਾਲ ਹੀ ਦਿੱਤਾ ਹੋਇਆ ਹੈਗਾ। ਐਡ 7 ਨੇ ਕੀਤਾ, ਕਮੂਲੇਟਰ ਦੀ ਵੈਲਿਊ ਸਪੋਜ਼ ਜੇ 4 ਸੀਗੀ, 4 ਦੇ ਵਿੱਚ ਐਡ ਕਰਤਾ, ਹਾਂ ਕਮੂਲੇਟਰ ਦੀ ਵੈਲਿਊ ਕਿੰਨੀ ਹੋਗੀ 11 ਹੋਗੀ। ਸੋ ਇਹਦੇ ਚ ਕੀ ਹੈ, देयर इज नो, ਸਿਰਫ ਇਹ ਯਾਦ ਰੱਖਣਾ ਤੁਸੀਂ, देयर इज नो एड्रेस फील्ड इन these two types of addressing modes। ਇਹ ਜਿਹੜੀਆਂ ਦੋ addressing modes ਆ, ਇਹਨਾਂ ਚ ਕੀ ਹੈ, ਕੋਈ ਵੀ address field ਨਹੀਂ ਹੁੰਦਾ। थर्ड ਜਿਹੜੀ ਮੋਡ ਹੈਗੀ ਹੈ, that is रजिस्टर मोड। रजिस्टर ਤੁਹਾਨੂੰ ਇਸ ਤੋਂ ਪਤਾ ਕਲੀਅਰ ਹੀ ਪਤਾ ਲੱਗ ਗਿਆ, रजिस्टर मोड ਇਹਦਾ ਮਤਲਬ ਕਿ ਇਹ 'ਚ ਕੋਈ ਰਜਿਸਟਰ ਯੂਜ਼ ਕੀਤਾ ਹੈਗਾ। in this mode operand is stored in the register। ਇਹਦੇ ਚ ਕੀ ਹੈ, ਇਹਦਾ ਮਤਲਬ ਕਿ ਰਜਿਸਟਰ ਮੋਡ ਚ ਕੀ ਹੋਇਆ, ਜਿਹੜੇ operand ਤੁਹਾਡੇ ਹੈਗੇ ਆ ਉਹ ਕਿੱਥੇ ਸਟੋਰ ਕੀਤੇ ਹੋਣਗੇ, ਰਜਿਸਟਰ ਦੇ ਵਿੱਚ। this register is present in the CPU। ਇਹ ਜੋ ਰਜਿਸਟਰ ਕਿੱਥੇ ਹੋਏਗਾ, ਇਹ CPU ਦੇ ਵਿੱਚ ਹੋਏਗਾ। the instruction has the address of the register where operand। instruction ਚ ਕੀ ਹੋਏਗਾ, ਉਸ ਰਜਿਸਟਰ ਦਾ ਐਡਰੈਸ ਹੋਏਗਾ ਜਿੱਥੇ operand ਪਿਆ ਹੈਗਾ। ਮੀਨਸ ਕੀ ਆ, operand ਆਪਾਂ ਨੂੰ ਡਾਇਰੈਕਟ ਨਹੀਂ ਦਿੱਤਾ ਹੈਗਾ, operand ਕਿੱਥੇ ਹੈਗਾ, ਕਿਸੇ ਰਜਿਸਟਰ ਦੇ ਵਿੱਚ ਹੈਗਾ, ਤੇ ਰਜਿਸਟਰ ਦਾ ਐਡਰੈਸ ਕਾਹਦੇ ਦਿੱਤਾ ਹੋਏਗਾ, ਇੰਸਟਰਕਸ਼ਨ ਦੇ ਵਿੱਚ ਦਿੱਤਾ ਹੋਏਗਾ। ਤੇ ਜੇ ਡਾਇਗਰਾਮੈਟਿਕਲੀ ਇਹਨੂੰ ਸ਼ੋ ਕਰੀਏ ਆਪਾਂ, ਸੋ ਇਹ ਇੰਸਟਰਕਸ਼ਨ ਦੇ ਰਿਹਾ ਮੈਂ opcode, ਇਹ ਤੁਹਾਡੀ ਇੰਸਟਰਕਸ਼ਨ ਆ। ਇੱਥੇ ਕੀ ਹੈਗਾ, ਰਜਿਸਟਰ ਐਡਰੈਸ, ਰਜਿਸਟਰ ਦਾ ਐਡਰੈਸ ਹੈਗਾ, ਐਡ ਨਾ ਲਿਖੋ, ਐਡਰੈਸ ਲਿਖ ਲਓ, ਰਜਿਸਟਰ ਐਡਰੈਸ ਆਰ ਲਿਖ ਲਓ। ਤੇ ਤੁਹਾਡੇ ਇਹ ਅਲਟੀਮੇਟਲੀ ਇਹਦਾ ਐਡਰੈਸ ਹੈਗਾ, ਤੇ ਪਰ operand ਕਿੱਥੇ ਪਿਆ ਆਪਣਾ, operand ਰਜਿਸਟਰ, ਇਹ ਤਾਂ ਸਿਰਫ ਰਜਿਸਟਰ ਦਾ ਐਡਰੈਸ ਦੱਸਿਆ ਹੈਗਾ। ਜਿਹੜੀ ਇੰਸਟਰਕਸ਼ਨ ਚ ਕੀ ਦਿੱਤਾ ਹੈਗਾ, opcode ਨਾਲ ਰਜਿਸਟਰ ਦਾ ਐਡਰੈਸ। ਤੇ ਜਿਹੜਾ operand ਕਿੱਥੇ ਪਿਆ ਹੈਗਾ, ਰਜਿਸਟਰ ਇਨ CPU। ਹੁਣ ਬੇਸਿਕਲੀ ਕੀ ਹੈ, ਇੰਸਟਰਕਸ਼ਨ ਚ ਕੀ ਦਿੱਤਾ ਹੈਗਾ, ਰਜਿਸਟਰ ਦਾ ਐਡਰੈਸ। ਤੇ ਰਜਿਸਟਰ ਐਡਰੈਸ ਤੋਂ ਕੀ ਪਤਾ ਲੱਗੂਗਾ ਵੀ ਆਪਣਾ operand ਕਿੱਥੇ ਪਿਆ, ਰਜਿਸਟਰ ਦੇ ਵਿੱਚ। ਠੀਕ ਹੈ।
नेक्स्ट है फोर्थ, रजिस्टर इनडायरेक्ट मोड। फोर्थ इज रजिस्टर इनडायरेक्ट मोड। इनडायरेक्ट मोड, इनडायरेक्ट मोड। सो ਇਹਦੇ ਚ ਕੀ ਹੈ, in this mode instruction specify the register whose contents give us the address of the operand which is in the memory। ਸੋ ਕੀ ਹੈ, ਸੋ ਇਹਦੇ ਚ ਕੀ ਹੈ, ਤੁਹਾਨੂੰ ਰਜਿਸਟਰ ਦਾ ਐਡਰੈਸ ਦੱਸਿਆ ਹੈਗਾ ਤੇ ਕਹਾਂ ਰਜਿਸਟਰ ਤੋਂ ਤੁਹਾਨੂੰ ਆਪਰੈਂਡ ਮਿਲ ਗਿਆ। ਪਰ ਇਹ ਜਿਹੜਾ ਕੇਸ ਹੈਗਾ ਇਹਦੇ ਚ ਰਜਿਸਟਰ ਦੇ ਵਿੱਚ ਵੀ ਡਾਟਾ ਨਹੀਂ ਹੈ। ਡਾਟਾ ਕਿੱਥੇ ਪਿਆ, ਇੱਕ ਮੈਮਰੀ ਲੋਕੇਸ਼ਨ ਦੇ ਵਿੱਚ ਪਿਆ ਹੈਗਾ, ਮਤਲਬ ਕਿ ਫਰਦਰ ਹੈਗਾ। ਠੀਕ ਹੈ, ਸੋ ਫਾਰ ਐਗਜ਼ਾਮਪਲ ਜੇ ਇਹਨੂੰ, ਸੋ ਰਜਿਸਟਰ ਦੇ ਵਿੱਚ ਇਕੱਲਾ ਕੀ ਹੈ, ਐਡਰੈਸ ਹੈਗਾ ਆਪਰੈਂਡ ਦਾ, ਪਰ ਆਪਰੈਂਡ ਨਹੀਂ ਹੈਗਾ। ਅੱਗੇ ਰਜਿਸਟਰ ਦੇ ਵਿੱਚ ਆਪਰੈਂਡ ਪਿਆ ਸੀਗਾ ਇਹਦੇ ਚ, ਪਰ ਜਿਹੜੀ ਇਹ ਮੋਡ ਹੈਗੀ ਇਹਦੇ ਚ ਕੀ ਹੈ, ਇੱਥੇ ਵੀ ਆਪਰੈਂਡ ਨਹੀਂ ਪਿਆ, ਸਿਰਫ ਐਡਰੈਸ ਮਿਲੂਗਾ ਉਹਦਾ। ਆਪਾਂ ਸੋ ਇਹਨੂੰ ਆਪਾਂ ਬਣਾ ਦੇਣਾ ਡਾਇਗਰਾਮ, ਮੈਂ ਡਾਇਗਰਾਮੈਟਿਕਲੀ ਸ਼ੋ ਕਰ ਦੇਣਾ ਇਹਨੂੰ, ਤੁਹਾਨੂੰ ਥੋੜਾ ਆਈਡੀਆ ਹੋ ਜਾਏਗਾ। ਸੋ ਇਹ 'ਚ ਕੀ ਹੈ, ਇੰਸਟਰਕਸ਼ਨ ਹੈਗੀ ਆਪਕੋਡ ਔਰ ਰਜਿਸਟਰ ਐਡਰੈਸ ਹੈ। ਆ ਰਜਿਸਟਰ 'ਚ ਕੀ ਹੈ, ਇੱਥੇ ਆਪਰੈਂਡ ਸੀਗਾ, ਪਰ ਐਫਕੇ 'ਚ ਕੀ ਹੈ, ਆਪਰੈਂਡ ਇੱਥੇ ਨਹੀਂ ਹੈਗਾ। ਆਪਰੈਂਡ ਕਿੱਥੇ ਹੈਗਾ, ਮੈਮਰੀ ਦੇ ਵਿੱਚ। ਤੇ ਇੱਥੇ ਕੀ ਦੱਸਿਆ ਆ, ਪੁਆਇੰਟਰ ਟੂ ਦ ਆਪਰੈਂਡ, ਮਤਲਬ ਅੱਗੇ ਫਿਰ ਆਪਰੈਂਡ ਜਿੱਥੇ ਪਿਆ ਉਹਦੀ ਲੋਕੇਸ਼ਨ ਦੱਸਦੀਆਂ ਨੇ। ਜਦੋਂ ਇਸ ਲੋਕੇਸ਼ਨ 'ਚ ਕੀ ਹੈ, ਪਹੁੰਚ ਕੇ ਕੀ ਹੈ, ਮੈਮਰੀ ਤੋਂ ਕੀ ਹੈ, ਡਾਟਾ ਕੀ ਹੈ, ਫੈਚ ਹੋ ਜਾਏਗਾ। ਜਿਹੜੀ ਫਿਫਥ ਐਡਰੈਸਿੰਗ ਮੋਡ ਹੈ, that is auto increment or
ਆਟੋ ਡਿਕਰੀਮੈਂਟ ਮੋਡ। ਆਟੋ ਇਨਕਰੀਮੈਂਟ ਦਾ ਮਤਲਬ ਕੀ ਆ, ਆਪਣੇ ਆਪ ਹੀ ਉਹਦੇ ਚ ਇਨਕਰੀਮੈਂਟ ਹੋ ਜੇ, ਤੇ ਡਿਕਰੀਮੈਂਟ ਦਾ ਮਤਲਬ ਕੀ ਆ, ਉਹਦੇ ਚ ਆਟੋਮੈਟਿਕ ਡਿਕਰੀਮੈਂਟ ਹੋ ਜੇ। ਇਟ ਇਜ਼ ਇਹ ਜਿਹੜੀ ਮੋਡ ਹੈਗੀ, ਇਟ ਇਜ਼ ਸਿਮਿਲਰ ਟੂ ਰਜਿਸਟਰ ਇਨਡਾਇਰੈਕਟ ਮੋਡ। ਸਿਮਿਲਰ ਕਿਤੋਂ ਹੈਗੀ ਆ, ਰਜਿਸਟਰ ਇਨਡਾਇਰੈਕਟ ਮੋਡ ਦੇ ਸਿਮਿਲਰ ਹੀ ਹੈ, except that the register is incremented or decremented after its value is used to access the memory। ਇਹਦੇ ਵਿੱਚ ਫਰਕ ਕੀ ਹੁੰਦਾ ਹੈਗਾ, ਜਦੋਂ ਮੈਮਰੀ ਐਕਸੈਸ ਹੋ ਜਾਂਦੀ ਹੈਗੀ ਆ ਤਾਂ ਆਟੋਮੈਟਿਕਲੀ ਕੀ ਹੈ, ਰਜਿਸਟਰ ਦੀ ਵੈਲਿਊ ਇਨਕਰੀਮੈਂਟ ਹੋ ਜਾਂਦੀ ਆ ਤੇ ਡਿਕਰੀਮੈਂਟ ਹੋ ਜਾਂਦੀ ਹੈ। ਜਸਟ ਕੀ ਹੈ, ਜਦੋਂ ਮੈਮਰੀ ਐਕਸੈਸ ਕੀਤੀ, ਸਪੋਜ਼ ਆਪਾਂ ਦੇਖਿਆ ਸੀ ਨਾ ਮੈਮਰੀ 'ਚ ਡਾਟਾ ਪਿਆ ਸੀ, ਤੁਹਾਨੂੰ ਮੈਂ ਜਿਹੜਾ ਇੱਧਰ ਦਿਖਾਇਆ ਸੀ ਨਾ, ਜਿਹ ਇਸ ਤਰ੍ਹਾਂ ਸ਼ੋ ਕੀਤਾ ਸੀ, ਮੈਮਰੀ 'ਚ ਡਾਟਾ ਸ਼ੋ ਕੀਤਾ ਸੀ ਤੁਹਾਡਾ ਆਪਰੈਂਡ। ਜਦੋਂ ਆਪਰੈਂਡ ਫੈਚ ਹੋ ਜਾਏਗਾ ਤਾਂ ਆਟੋਮੈਟਿਕਲੀ ਰਜਿਸਟਰ ਦੀ ਵੈਲਿਊ ਜਿਹੜੀ ਹੈਗੀ ਆ, ਜਿਹੜਾ ਰਜਿਸਟਰ ਹੈ, ਰਜਿਸਟਰ ਦੀ ਜਿਹੜੀ ਵੈਲਿਊ ਹੈਗੀ ਆ ਉਹ ਇਨਕਰੀਮੈਂਟ ਔਰ ਡਿਕਰੀਮੈਂਟ ਹੁੰਦੀ ਹੈ ਜਦੋਂ ਮੈਮਰੀ ਐਕਸੈਸ ਹੋਈ। ਸਿਰਫ ਇੰਨਾ ਹੀ ਯਾਦ ਰੱਖਣਾ ਤੁਸੀਂ ਇਹਦੇ 'ਚ, ਰਜਿਸਟਰ incremented or decrement after its value is used to access the memory. This is known as auto increment or auto decrement mode। ਬੇਸਿਕਲੀ ਇਹ ਜਿਹੜੀ ਆਟੋ ਇਨਕਰੀਮੈਂਟ ਤੇ ਡਿਕਰੀਮੈਂਟ ਮੋਡ ਹੈਗੀ ਉਦੋਂ ਯੂਜ਼ ਹੁੰਦੀ ਹੈਗੀ ਆ ਜਦੋਂ ਕੋਈ
रजिस्टर रेफर्स टू द टेबल ऑफ डाटा। रजिस्टर किनू रेफर करता है, जो रजिस्टर किनू करूगा, टेबल ऑफ डाटा, टेबल ऑफ डाटा। जो सपोज की है एक टेबल आ, ਉਹਦੇ ਚ 10 वैल्यूज हैगियां, सो की है वो टेबल ऑफ डाटा मैमरी च एक्सेस करता, सो इट इज नेसेसरी टू इंक्रीमेंट डिक्रीमेंट रजिस्टर आफ्टर एवरी एक्सेस टू टेबल। मींस की है सपोज 10 वैल्यू हैगियां, सपोज की है ए बी सी डी, ए सपोज की है टेबल हैगा मैमरी च। सो जो ਇਹਦੇ ਚ ਕੀ ਹੈ ਪਹਿਲੀ ਵੈਲਿਊ ਸੈਸ ਕਰ ਲਈ, ਫਿਰ ਦੂਜੀ ਸੈਸ ਹੋਣੀ ਹੈ, ਫਿਰ ਤੀਜੀ ਹੋਣੀ ਹੈ, ਫੋਰਥ ਹੋਣੀ ਹੈ। ਸੋ ਇਹਦੇ ਚ ਕੀ ਆ ਆਟੋਮੈਟਿਕਲੀ ਕੀ ਆ ਤੁਹਾਨੂੰ ਕਾਊਂਟਰ ਨੂੰ ਕੀ ਹੈ ਪਲੱਸ ਕਰਨਾ ਪਊਗਾ, ਇੱਕ ਇੱਕ ਕਰਕੇ ਪਲੱਸ ਕਰਨਾ ਪੈਣਾ। ਪਹਿਲੀ ਮੈਮਰੀ ਲੋਕੇਸ਼ਨ ਸੈਸ ਕਰ ਲਈ, ਫਿਰ ਸੈਕਿੰਡ ਹੋ ਗਈ, ਥਰਡ ਹੋ ਗਈ, ਫੋਰਥ ਹੋ ਗਈ। ਸੋ ਇਸ ਚ ਕੀ ਹੈ ਇਨਕਰੀਮੈਂਟ ਤੇ ਡਿਕਰੀਮੈਂਟ ਹੋਣੀ ਹੈਗੀ ਆ ਹਰੇਕ ਸੈਸ ਤੋਂ ਬਾਅਦ। ਜਾਂ ਕੀ ਇਹਨੂੰ ਕੀ ਕਹਿ ਸਕਦੇ ਹੈਗੇ ਆ, ਜਦੋਂ ਆਪਾਂ ਬ੍ਰਾਂਚ ਟਾਈਪ ਇੰਸਟਰਕਸ਼ਨ ਹੈਗੀ ਆ, ਬ੍ਰਾਂਚ ਟਾਈਪ ਇੰਸਟਰਕਸ਼ਨ ਹੈਗੀ ਆ, ब्रांच टाइप इंस्ट्रक्शन ਦੇ ਵਿੱਚ ਕੀ ਹੈ ਆਪਾਂ ਆਟੋ ਇਨਕਰੀਮੈਂਟ ਔਰ ਡਿਕਰੀਮੈਂਟ ਮੋਡ ਯੂਜ਼ ਕਰਦੇ ਹਾਂ ਜਿੱਥੇ ਬ੍ਰਾਂਚਿੰਗ ਹੋਵੇ। ਠੀਕ ਹੈ, ਬ੍ਰਾਂਚ ਟਾਈਪ ਇੰਸਟਰਕਸ਼ਨ ਜਾਂ ਜਿੱਥੇ ਟੇਬਲ ਆਫ ਡਾਟਾ ਹੈਗਾ ਉਸ ਜਗ੍ਹਾ ਤੇ ਆਪਾਂ ਜਿਹੜੀ ਹੈਗੀ ਆਟੋ ਇਨਕਰੀਮੈਂਟ ਔਰ ਆਟੋ ਡਿਕਰੀਮੈਂਟ ਮੋਡ ਯੂਜ਼ ਕਰਦੇ ਹਾਂ।